ਮਾਨਵ ਪਰਿਵਰਤਨ। ਪ੍ਰਭੂ ਪ੍ਰਾਪਤੀ ਦੀ ਸਮੱਸਿਆ ਵਿਅਕਤੀ ਦੇ ਪਰਿਵਰਤਨ ਨਾਲ ਜੁੜੀ ਹੋਈ ਹੈ। ਮਨੁੱਖ ਇੱਕ ਅਜਿਹਾ ਪ੍ਰਾਣੀ ਹੈ ਜਿਸ ਦੀ ਸਥਿਤੀ ਦੂਰੀ ਹੈ। ਇਹ ਦਿਸਣ ਵਾਲੇ ਅਤੇ ਨਾ ਦਿਸਣ ਵਾਲੇ ਦੋਹਾਂ ਸੰਸਾਰਾਂ ਦੀਆਂ ਵਿਸ਼ੇਸ਼ਤਾਵਾਂ ਨਾਲ ਜੁੜਿਆ ਹੋਇਆ ਹੈ। ਇਹ ਪ੍ਰਕਿਰਤਿਕ ਸੰਸਾਰ ਦਾ ਅੰਗ ਵੀ ਹੈ ਅਤੇ ਉਸ ਦੇ ਅੰਦਰ ਆਤਮਾ ਦਾ ਬੀਜ ਵੀ, ਜਿਹੜਾ ਇਸ ਨੂੰ ਅਸੰਤੁਸ਼ਟ ਬਣਾਈ ਰੱਖਦਾ ਹੈ। ਕਬੀਰ ਜੀ ਅਨੁਸਾਰ ਮਨੁੱਖ ਨੂੰ ਸਥਿਰਤਾ ਪ੍ਰਾਪਤ ਨਹੀਂ, ਕਿਉਂਕਿ ਸੰਸਾਰ ਦੇ ਚੰਗੇ ਮੰਦੇ ਪ੍ਰਭਾਵਾਂ ਕਾਰਨ ਉਸ ਦਾ ਮਨ ਪੰਛੀ ਦੀ ਤਰ੍ਹਾਂ ਚਾਰੇ ਦਿਸ਼ਾਵਾਂ ਵਿੱਚ ਭਟਕਦਾ ਰਹਿੰਦਾ ਹੈ। ਮਨ ਸਮਝਦਾ ਤਾਂ ਆਪਣੇ ਆਪ ਨੂੰ ਬੜਾ ਸਿਆਣਾ ਹੈ, ਪਰ ਇਸ ਦੀ ਪ੍ਰਵਿਰਤੀ ਜਾਣ ਬੁੱਝ ਕੇ ਔਗਣਾਂ ਵੱਲ ਰੁਚਿਤ ਹੋਣਾ ਹੈ। ਇਸ ਤਰ੍ਹਾਂ ਮਨੁੱਖ ਦਾ ਪੂਰਨ ਪਰਿਵਰਤਨ ਉਸ ਦੇ ਮਨ ਦੇ ਉਥਾਨ ਨਾਲ ਸੰਬੰਧਿਤ ਹੋ ਜਾਂਦਾ ਹੈ। ਕਬੀਰ ਜੀ ਦੀ ਬਾਣੀ ਦੀ ਮੁੱਖ ਸਮੱਸਿਆ ਵਿਅਕਤੀ ਨੂੰ ਨੀਵੇਂ ਮਾਨਵ ਤੋਂ ਉਚੇਰਾ ਮਾਨਵ ਬਣਾਉਣਾ ਹੈ। ਉਸ ਨੂੰ ਸੀਮਤ ਤੋਂ ਅਸੀਮਤ ਕਰ ਦੇਣਾ ਹੈ। ਉਸ ਨੂੰ ਪ੍ਰਮਾਣਿਤ ਤੋਂ ਅਪ੍ਰਮਾਣਿਤ ਬਣਾਉਣਾ ਹੈ, ਤਾਂ ਕਿ ਮਨੁੱਖ ਜੀਵਨ ਦੀ ਸੰਪੂਰਨਤਾ ਨੂੰ ਅਨੁਭਵ ਕਰ ਸਕੇ। ਕਬੀਰ ਜੀ ਨੇ ਮਨੁੱਖ ਦੇ ਘਟੀਆ ਸਰੂਪ ਲਈ ਆਪਣੀ ਬਾਣੀ ਵਿੱਚ ਕਰੂਪ, ਕੁਜਾਤ, ਕੁਲੱਖਣੀ ਆਦਿ ਸ਼ਬਦ ਵਰਤੇ ਹਨ ਅਤੇ ਵਧੀਆ ਸਰੂਪ ਲਈ ਸਰੂਪ, ਸੁਜਾਤ ਅਤੇ ਸੁਲੱਖਣੀ ਸ਼ਬਦ ਵਰਤੇ ਹਨ। ਕਬੀਰ ਜੀ ਨੇ ਬੜੇ ਵਿਲੱਖਣ ਅੰਦਾਜ਼ ਵਿੱਚ ਕਿਹਾ ਹੈ ਕਿ ਮੇਰੀ ਪਹਿਲੀ ਪਤਨੀ ਬੁਰੀ ਸ਼ਕਲ ਵਾਲੀ, ਨੀਵੀਂ ਜਾਤ ਦੀ, ਭੈੜੇ ਵਤੀਰੇ ਵਾਲੀ ਅਤੇ ਪੇਕੇ ਸਹੁਰੇ ਪਰਿਵਾਰ ਵਿੱਚ ਬੁਰੀ ਛੋਹ ਵਾਲੀ ਸੀ। ਉਹ ਮਰ ਗਈ ਹੈ ਅਤੇ ਮੈਂ ਨਵਾਂ ਵਿਆਹ ਕਰਵਾ ਲਿਆ ਹੈ। ਨਵੀਂ ਵਿਆਹੀ ਇਸਤਰੀ ਸੁਘੜ ਸਰੂਪ ਅਤੇ ਸਾਊ ਵਤੀਰੇ ਵਾਲੀ ਹੈ, ਜਿਸ ਦੇ ਜੁਗ ਜੁਗ ਜੀਣ ਦੀ ਉਹ ਕਾਮਨਾ ਕਰਦਾ ਹੈ। ਇਸ ਤਰ੍ਹਾਂ ਉਹਨਾਂ ਨੇ ਆਪਣੀ ਭੈੜੀ ਮਨੋਬਿਰਤੀ ਦੀ ਸਮਾਪਤੀ ਅਤੇ ਸੁਚੱਜੀ ਮਨੋਬਿਰਤੀ ਦੇ ਉਤਪੰਨ ਹੋਣ ਦਾ ਐਲਾਨ ਕੀਤਾ ਹੈ। ਅਸਲ ਵਿੱਚ ਇਹ ਪਰਿਵਰਤਨ ਵਿਅਕਤੀ ਦਾ ਸਦਾਚਾਰ ਪਰਿਵਰਤਨ ਅਥਵਾ ਨੈਤਿਕ ਪਰਿਵਰਤਨ ਹੈ, ਜਿਸ ਨਾਲ ਵਿਅਕਤੀ ਆਪਣੀ ਮੂਲ ਪ੍ਰਕਿਰਤੀ ਨੂੰ ਪ੍ਰਾਪਤ ਕਰਦਾ ਹੈ ਅਤੇ ਜਿਸ ਦੀ ਪ੍ਰਾਪਤੀ ਨੈਤਿਕ ਘਾਲਣਾ ਨਾਲ ਸੰਬੰਧਿਤ ਹੈ। ਤੇ ਇਹ ਨੈਤਿਕ ਘਾਲਣਾ ਮਨੁੱਖ ਤੋਂ ਆਤਮਾ ਤੱਕ ਦੇ ਚੱਕਰ ਦੀ ਪੂਰਤੀ ਦਾ ਵਸੀਲਾ ਹੈ। ਮਨੁੱਖ ਦੇ ਪਰਿਵਰਤਨ ਲਈ ਪਹਿਲਾ ਕਦਮ ਸਵੈ ਪਛਾਣ ਨਾਲ ਸੰਬੰਧਿਤ ਹੈ। ਮਨੁੱਖ ਨਿਰਾ ਸਰੀਰ ਨਹੀਂ, ਇਸ ਵਿੱਚ ਰਾਮ ਦੀ ਅੰਸ਼ ਵੀ ਹੈ ਅਤੇ ਇਸ ਵਿਚਲਾ ਰਾਮ ਅੰਸ਼ ਅਰਥਾਤ ਆਤਮਾ ਦਾ ਦੈਵੀ ਤੱਤ ਇਸ ਨੂੰ ਆਤਮਿਕ ਹੋਂਦ ਦਾ ਰੁਤਬਾ ਪ੍ਰਦਾਨ ਕਰਦਾ ਹੈ। ਇਸ ਆਤਮਿਕ ਤੱਤ ਦੀ ਪਛਾਣ ਵਿਅਕਤੀ ਨੂੰ ਅਸੀਮਤ ਕਰ ਦਿੰਦੀ ਹੈ ਅਤੇ ਉਚੇਰਾ ਬਣਾਉਂਦੀ ਹੈ। ਆਪਣੇ ਆਪ ਨੂੰ ਸਿਰਫ ਸਰੀਰ ਸਮਝਣ ਵਾਲਾ ਵਿਅਕਤੀ ਨੀਵਾਂ ਅਥਵਾ ਘਟੀਆ ਪੱਧਰ ਦਾ ਜੀਵਨ ਬਣਾ ਲੈਂਦਾ ਹੈ। ਵਿਅਕਤੀ ਦੇ ਪਰਿਵਰਤਨ ਦਾ ਵਸੀਲਾ ਸਤਸੰਗ ਹੈ, ਜਿਸ ਨੇ ਕਬੀਰ ਜੀ ਦੀ ਨੀਵੀਂ ਜਾਤ ਮੁਕਾ ਦਿੱਤੀ ਹੈ ਅਤੇ ਉਸ ਦੇ ਨੀਵੇਂ ਮਾਇਕ ਜੀਵਨ ਨੂੰ ਉਚੇਰਾ ਕਰ ਦਿੱਤਾ ਹੈ। ਕਬੀਰ ਜੀ ਨੇ ਪਹਿਲੀ ਮਾਇਕ ਪ੍ਰਵਿਰਤੀ ਲਈ ਧਨੀਆਂ ਅਤੇ ਪ੍ਰਭੂ ਸੇਵਾ ਵਿੱਚ ਸਮਰਪਿਤ ਨਵੀਂ ਸੰਜਾਬ ਭਾਵਨਾ ਲਈ ਰਾਮਜਨੀਆਂ ਸ਼ਬਦ ਵਰਤਿਆ ਹੈ। ਉਹ ਹੁਣ ਧਨੀਆਂ ਤੋਂ ਰਾਮਜਨੀਆਂ ਅਥਵਾ ਧਨ ਦੇ ਦਾਸ ਤੋਂ ਰਾਮ ਦਾ ਦਾਸ ਬਣ ਗਿਆ ਹੈ। ਇਹ ਪਰਿਵਰਤਨ ਪਾਰਗਾਮਤਾ ਦੇ ਅਨੁਭਵ ਨਾਲ ਜੁੜਿਆ ਹੋਇਆ ਹੈ। ਇਹ ਅਨੁਭਵ ਅੰਦਰੇਵੀ ਅਨੁਭਵਾਂ ਤੋਂ ਪਾਰ ਜਾਣ ਦੀ ਦ੍ਰਿਸ਼ਟੀ ਨਾਲ ਸੰਬੰਧਿਤ ਹੈ। ਇਸ ਦਸ਼ਾ ਵਿੱਚ ਸਰੀਰਕ ਮੋਹ ਦਾ ਰੌਲਾ ਮੁੱਕ ਜਾਂਦਾ ਹੈ। ਮਾਇਕ ਮੋਹ ਦੀ ਢੋਲਕੀ ਨਾਲ ਵੱਜਣ ਵਾਲਾ ਮਨ ਕਿਤੇ ਅਲੋਪ ਹੋ ਜਾਂਦਾ ਹੈ। ਸਰੀਰਕ ਮੋਹ ਵਿੱਚ ਫਸੇ ਕੰਨਾਂ ਦੀ ਵਿਆਕੁਲਤਾ ਖਤਮ ਹੋ ਜਾਂਦੀ ਹੈ। ਕਾਮ ਦੇ ਸੱਪ ਦਾ ਜ਼ੋਰ ਮੁੱਕ ਜਾਂਦਾ ਹੈ। ਪੈਰ, ਹੱਥ ਅਤੇ ਮੂੰਹ ਸਰੀਰਕ ਮੋਹ ਦੀਆਂ ਸੀਮਾਵਾਂ ਪਾਰ ਕਰ ਜਾਂਦੇ ਹਨ। ਕਮਾਦਿਕ ਪੰਜੇ ਬੈਰੀ ਹਾਰ ਜਾਂਦੇ ਹਨ। 10 ਗਿਆਨ ਇੰਦਰੀਆਂ ਪ੍ਰਭੂ ਬੰਦਗੀ ਦੀ ਬਰਕਤ ਨਾਲ ਸਰੀਰਕ ਮੋਹ ਤੋਂ ਆਜ਼ਾਦ ਹੋ ਜਾਂਦੀਆਂ ਹਨ। ਆਸ਼ਾ ਅਤੇ ਤ੍ਰਿਸ਼ਨਾ ਦੀ ਮਿੱਤਰਤਾ ਹੀ ਖਤਮ ਹੋ ਜਾਂਦੀ ਹੈ। ਹਰੀ ਸਿਮਰਨ ਮਨੁੱਖੀ ਜੀਵਨ ਦੇ ਸਾਰੇ ਬੰਧਨਾਂ ਨੂੰ ਤੋੜ ਦਿੰਦਾ ਹੈ। ਮਾਨਵ ਪਰਿਵਰਤਨ ਲਈ ਇੱਕ ਹੋਰ ਕਦਮ ਵਿਅਕਤੀ ਦਾ ਆਂਤਰਿਕ ਪਰਿਵਰਤਨ ਹੈ, ਜਿਸ ਦਾ ਦਿਲ ਦੀ ਪਵਿੱਤਰਤਾ ਨਾਲ ਸੰਬੰਧ ਹੈ। ਦਿਲ ਦੀ ਪਵਿੱਤਰਤਾ ਨਾਲ ਉਹ ਆਂਤਰਿਕ ਦ੍ਰਿਸ਼ਟੀ ਮਿਲਦੀ ਹੈ ਜਿਸ ਨਾਲ ਰੱਬ ਦੇਖਿਆ ਜਾ ਸਕਦਾ ਹੈ। ਦਿਲ ਦੈਵੀ ਜਲਾਲ ਦਾ ਮਾਧਿਅਮ ਹੈ, ਅੱਲਾ ਦੀ ਰੋਸ਼ਨੀ ਦਾ ਟਿਕਾਣਾ ਹੈ, ਰੱਬ ਦੇ ਪ੍ਰਕਾਸ਼ ਹਕੀਕਤ ਦੇ ਰਹੱਸਮਈ ਅਨੁਭਵ ਦਾ ਖਜ਼ਾਨਾ ਹੈ, ਭੌਤਿਕ ਅਤੇ ਰੂਹਾਨੀ ਸ਼ਕਤੀਆਂ ਦਾ ਸੰਗਮ ਹੈ। ਆਲਮ ਏ ਅਲਮ ਅਤੇ ਆਲਮ ਏ ਖਲਕ ਦਾ ਅੰਤਰ ਮਾਧਿਅਮ ਹੈ। ਸੱਚੇ ਸ਼ਰਧਾਲੂ ਦਾ ਦਿਲ ਆਲਾ ਹੈ ਅਤੇ ਅੱਲਾ ਦੀ ਰੋਸ਼ਨੀ ਪਾਰਦਰਸ਼ੀ ਸ਼ੀਸ਼ੇ ਵਾਲੀ ਲਾਲਟਨ ਵਿੱਚ ਜਗਦੀ ਹੈ। ਇਸੇ ਕਰਕੇ ਉਸ ਦੀ ਬੋਲੀ ਅਤੇ ਕਰਤੱਵ ਪ੍ਰਕਾਸ਼ਮਈ ਹਨ ਅਤੇ ਉਹ ਪ੍ਰਕਾਸ਼ ਵਿੱਚ ਗਤੀ ਕਰਦੀ ਹੈ। ਦਿਲ ਦੀ ਪਵਿੱਤਰਤਾ ਅਤੇ ਸੰਦਰਭ ਵਿੱਚ ਕਬੀਰ ਜੀ ਆਖਦੇ ਹਨ, ਜੇਕਰ ਦਿਲ ਵਿੱਚ ਕਪਟ ਹੈ ਤਾਂ ਸਰੀਰਕ ਸੁੱਚਤਾ ਦਾ ਕੋਈ ਅਰਥ ਨਹੀਂ। ਜੇ ਮਨ ਵਿੱਚ ਠੱਗੀ ਹੈ ਤਾਂ ਗਿਆਨ, ਧਿਆਨ ਅਤੇ ਵਿਚਾਰ ਕਿਸੇ ਲੇਖੇ ਨਹੀਂ ਆਉਂਦੇ। ਭਗਤ ਕਬੀਰ ਜੀ ਨੇ ਤਤਕਾਲੀਨ ਮਨੁੱਖ ਨੂੰ ਆਪਣੀ ਦ੍ਰਿਸ਼ਟੀ ਬਾਹਰਮੁਖੀ ਵਤੀਰੇ ਵੱਲੋਂ ਮੋੜ ਕੇ ਅੰਦਰ ਵੱਲ ਲਗਾਉਣ ਲਈ ਕਿਹਾ ਹੈ, ਤਾਂ ਕਿ ਉਹ ਆਤਮਿਕ ਤੌਰ ਤੇ ਅਨੰਤ ਸੰਭਾਵਨਾ ਦੀ ਥਾਂ ਪਾ ਸਕੇ। ਮਾਨਵ ਪਰਿਵਰਤਨ ਲਈ ਅਗਲੇਰਾ ਕਦਮ ਉਸ ਦੀ ਆਪਣੀ ਨੀਵੀਂ ਪ੍ਰਕਿਰਤੀ ਵਿਰੁੱਧ ਸੰਘਰਸ਼ ਹੈ। ਨੀਵੀਆਂ ਪ੍ਰਵਿਰਤੀਆਂ ਦੀ ਤੁਲਨਾ ਆਮ ਕਰਕੇ ਖਤਰਨਾਕ ਜੀਵ ਜੰਤੂਆਂ ਅਤੇ ਉਚੇਰੀ ਪ੍ਰਵਿਰਤੀ ਦੀ ਤੁਲਨਾ
ਸਾਊ ਜਾਨਵਰਾਂ ਦੀਆਂ ਸ਼੍ਰੇਣੀਆਂ ਨਾਲ ਕੀਤੀ ਜਾਂਦੀ ਹੈ। ਜਿਵੇਂ ਕਬੀਰ ਜੀ ਆਖਦੇ ਹਨ ਕਿ ਜਦ ਤੱਕ ਹਿਰਦੇ ਰੂਪ ਜੰਗਲ ਵਿੱਚ ਹੰਕਾਰ ਰੂਪੀ ਸ਼ੇਰ ਰਹਿੰਦਾ ਸੀ, ਤਦ ਤੱਕ ਹਿਰਦੇ ਰੂਪੀ ਫੁਲਵਾੜੀ ਫੁੱਲਦੀ ਨਹੀਂ ਅਥਵਾ ਹਿਰਦੇ ਵਿੱਚ ਕੋਮਲ ਗੁਣ ਨਹੀਂ ਉਪਜਦੇ। ਜਦੋਂ ਨਿਮਰਤਾ ਰੂਪੀ ਗਿੱਦੜ ਹੰਕਾਰ ਰੂਪੀ ਸ਼ੇਰ ਨੂੰ ਖਾ ਜਾਂਦਾ ਹੈ ਤਾਂ ਹਿਰਦੇ ਦੀ ਸਾਰੀ ਬਨਸਪਤੀ ਦੇ ਫੁੱਲ ਖਿੜਨ ਲੱਗ ਪੈਂਦੇ ਹਨ। ਜਦੋਂ ਮਨੁੱਖ ਦਾ ਪੂਰਾ ਪਰਿਵਰਤਨ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਆਪ ਅਤੇ ਰੱਬ ਦੀ ਪ੍ਰਕਿਰਤੀ ਵਿੱਚ ਕੋਈ ਭੇਦ ਨਹੀਂ ਜਾਪਦਾ। ਉਸ ਤੇ ਪੂਰਨ ਇਕਸੁਰਤਾ ਭਾਰੀ ਹੋ ਜਾਂਦੀ ਹੈ। ਉਸ ਨੂੰ ਧਰਤ, ਆਕਾਸ਼ ਅਤੇ ਹਰੇਕ ਵਿਅਕਤੀ ਵਿੱਚ ਰੱਬ ਦੇ ਦੀਦਾਰ ਹੁੰਦੇ ਹਨ। ਮਾਨਵ ਪਰਿਵਰਤਨ ਅਸਲ ਵਿੱਚ ਇੱਕ ਨਵੀਂ ਚੇਤਨਾ ਦਾ ਆਭਾਸ ਹੈ, ਨਵੀਂ ਦ੍ਰਿਸ਼ਟੀ ਦਾ ਪ੍ਰਕਾਸ਼ ਹੈ। ਇਹ ਨਵੇਂ ਅਨੁਭਵ ਦੇ ਉਦੈ ਹੋਣ ਨਾਲ ਸੰਬੰਧਿਤ ਹੈ। ਇਹ ਦਸ਼ਾ ਮਨੁੱਖ ਵਿੱਚ ਇੱਕ ਨਵੇਂ ਮਨੁੱਖ ਦੇ ਪੈਦਾ ਹੋਣ ਦੀ ਖਲਾਇਕ ਹੈ। ਇਹ ਸਭ ਕੁਝ ਮਨੁੱਖ ਦੀ ਅੰਤਰੀਵ ਤਬਦੀਲੀ ਨਾਲ ਸੰਬੰਧਿਤ ਹੈ। ਪੁਰਾਣੀ ਹਉਮੈ ਵਾਲੀ ਸੀਮਿਤ ਬੁੱਧ ਦਾ ਅੰਤ ਅਤੇ ਨਵੀਂ ਸੰਜੀਵ ਅਸੀਮਤ ਬੁੱਧ ਦੇ ਪ੍ਰਕਾਸ਼ ਨਾਲ ਮਨੁੱਖ ਦਾ ਪਰਿਵਰਤਨ ਹੋ ਜਾਂਦਾ ਹੈ। ਉਸ ਨੂੰ ਮਨੁੱਖਾ ਜੀਵਨ ਦੇ ਮਨੋਰਥ ਦੀ ਪੂਰਤੀ ਦਾ ਅਨੁਭਵ ਹੋ ਜਾਂਦਾ ਹੈ। ਇਸ ਨੂੰ ਭਗਤ ਕਬੀਰ ਜੀ ਨੇ ਬੁੱਧ ਬਦਲੀ ਸਿੱਧ ਪਾਈ ਦੀ ਉਕਤੀ ਨਾਲ ਸਪਸ਼ਟ ਕੀਤਾ ਹੈ। ਨਵੇਂ ਮਨੁੱਖ ਦੀ ਸਿਰਜਣਾ। ਭਗਤ ਕਬੀਰ ਜੀ ਇੱਕ ਇਸ ਤਰ੍ਹਾਂ ਦੇ ਨਵੇਂ ਮਨੁੱਖ ਦੀ ਸਿਰਜਣਾ ਦਾ ਸੰਕਲਪ ਕਰਦੇ ਹਨ ਜੋ ਮਨੁੱਖਾ ਜਨਮ ਨੂੰ ਆਵਾਗਮਨ ਤੋਂ ਛੁਟਕਾਰੇ ਲਈ ਇੱਕ ਦੁਰਲਭ ਅਵਸਰ ਮੰਨਦਾ ਹੈ। ਇਹ ਜਨਮ ਜੀਵਨਬਾਜ਼ੀ ਜਿੱਤਣ ਜਾਂ ਹਾਰਨ ਲਈ ਇੱਕੋ ਇੱਕ ਮੌਕਾ ਹੈ। ਇਹ ਜਨਮ ਫਰਿਸ਼ਤਿਆਂ ਦੀ ਖਿੱਚ ਦਾ ਕਾਰਨ ਹੈ। ਕਬੀਰ ਜੀ ਦਾ ਨਵ ਸਰਜਿਤ ਮਾਨਵ ਗੁਰੂ ਦੀ ਸੇਵਾ ਅਤੇ ਬੰਦਗੀ ਤੋਂ ਬਿਨਾਂ ਜੀਵਨ ਨੂੰ ਵਿਅਰਥ ਸਮਝਦਾ ਹੈ, ਕਿਉਂਕਿ ਇਸ ਮਨੁੱਖਾ ਜੀਵਨ ਦੀ ਸਾਰਥਿਕਤਾ ਅਤੇ ਉਪਯੋਗਤਾ ਸੇਵਾ ਅਤੇ ਸਿਮਰਨ ਨਾਲ ਜੁੜੀ ਹੋਈ ਹੈ। ਇਹ ਮਾਨਵ ਵਿਵੇਕ ਬੁੱਧ ਦੀ ਅਗਵਾਈ ਪ੍ਰਵਾਨ ਕਰਦਾ ਹੈ। ਇਸ ਲਈ ਉਹ ਕਰਮਾਂ ਪ੍ਰਤੀ ਸੁਚੇਤ ਮਾਨਵ ਹੈ, ਜਿਸ ਨੂੰ ਇਹ ਪਤਾ ਹੈ ਕਿ ਸੰਸਾਰ ਵਿੱਚ ਕੀਤੇ ਕਰਮਾਂ ਦਾ ਲੇਖਾ ਦੇਣਾ ਪੈਣਾ ਹੈ। ਇਸ ਲਈ ਉਹ ਜਗਤ ਬੁੱਧ ਦਾ ਮਾਲਕ ਹੈ ਅਤੇ ਆਂਤਰਿਕ ਤੌਰ ਤੇ ਗਤੀਸ਼ੀਲ ਪ੍ਰਕਿਰਤੀ ਵਾਲਾ ਹੈ। ਇਹ ਮਾਨਵ ਆਪਣੇ ਰੱਬੀ ਗੁਣਾਂ ਦੀ ਪਹਿਰੇਦਾਰੀ ਪ੍ਰਤੀ ਖਬਰਦਾਰ ਹੈ। ਇਹ ਮਾਨਵ ਬਾਦਸ਼ਾਹੀ ਖੌਫ ਤੋਂ ਸੁਤੰਤਰ ਹੈ। ਇਹ ਸੰਸਾਰੀ ਬਾਦਸ਼ਾਹਾਂ ਨੂੰ ਰੱਬੀ ਸਮਰੱਥਾ ਸਾਹਮਣੇ ਹੇਚ ਮੰਨਦਾ ਹੈ। ਇਸ ਕੋਲ ਆਤਮ ਵਿਸ਼ਵਾਸ ਅਤੇ ਦ੍ਰਿੜ ਇੱਛਾ ਸ਼ਕਤੀ ਹੈ। ਰਾਜੇ ਉਸ ਦੇ ਸਾਹਮਣੇ ਬੋਲ ਤੱਕ ਨਹੀਂ ਸਕਦੇ। ਇਸ ਦੀ ਆਤਮਿਕ ਪ੍ਰਤਿਭਾ ਦਾ ਸਿੱਕਾ ਸਾਰੇ ਮੰਨਦੇ ਹਨ। ਇਹ ਮਾਨਵ ਰੂਹਾਨੀ ਬਾਦਸ਼ਾਹਤ ਦਾ ਮਾਲਕ ਹੈ। ਇਹ ਬਾਦਸ਼ਾਹੀ ਉਸ ਨੂੰ ਕਾਮਾਦਿਕ ਪ੍ਰਵਿਰਤੀਆਂ, ਈਰਖਾ, ਮਮਤਾ, ਤ੍ਰਿਸ਼ਨਾ ਆਦਿ ਨੀਵੀਆਂ ਪ੍ਰਵਿਰਤੀਆਂ ਰਾਹੀਂ ਦੂਸ਼ਿਤ ਹੋਏ ਸਰੀਰ ਰੂਪੀ ਕੇਲੇ ਨੂੰ ਗਿਆਨ ਦੇ ਸਹਿਜ ਦੁਆਰਾ ਜਿੱਤਣ ਕਰਕੇ ਪ੍ਰਾਪਤ ਹੋਈ ਹੈ, ਜਿਸ ਸਦਕਾ ਉਸ ਦੀ ਸ਼ਖਸੀਅਤ ਇਕਸੁਰਤਾ ਅਤੇ ਸੁਤੰਤਰਤਾ ਦੇ ਗੁਣਾਂ ਵਾਲੀ ਹੋ ਗਈ ਹੈ। ਨਤੀਜੇ ਵਜੋਂ ਉਸ ਦੀ ਆਤਮਾ ਨਿਰਭੈ ਅਤੇ ਅਡੋਲ ਹੋ ਗਈ ਹੈ। ਹੁਣ ਉਸ ਦੀ ਜੀਵਨ ਸ਼ੈਲੀ ਹਰ ਗੁਣ ਗਾਏ, ਕੁੱਦਹਿ ਔਰ ਨਾਚੇ ਵਾਲੀ ਸਦਾ ਵਿਗਾਸ ਅਤੇ ਹਰਖ ਆਨੰਦ ਦੀਆਂ ਵਿਸ਼ੇਸ਼ਤਾਵਾਂ ਵਾਲੀ ਹੋ ਗਈ ਹੈ। ਜੀਵਨ ਜਾਂਚ। ਭਗਤ ਕਬੀਰ ਜੀ ਦੁਆਰਾ ਸੁਝਾਈ ਗਈ ਜੀਵਨ ਜਾਂਚ ਅਧਿਆਤਮਿਕ ਹੈ, ਜਿਸ ਵਿੱਚ ਮੁੱਖ ਅਸੂਲ ਪ੍ਰਭੂ ਹੁਕਮ ਨੂੰ ਖੇੜੇ ਮੱਥੇ ਕਬੂਲਣਾ ਹੈ। ਇਹ ਮਾਰਗ ਕਲਿਆਣ ਦਾ ਮਾਰਗ ਹੈ, ਜਿਸ ਦਾ ਪਤਾ ਸਤਿਗੁਰੂ ਤੋਂ ਲੱਗਦਾ ਹੈ। ਇਸ ਜੀਵਨ ਜਾਂਚ ਵਿੱਚ ਅਰਥੋਂ ਟੁੱਟੀਆਂ ਹੋਈਆਂ ਧਾਰਮਿਕ ਰੀਤੀਆਂ ਰਸਮਾਂ ਦੀ ਕੋਈ ਥਾਂ ਨਹੀਂ ਹੈ। ਕਬੀਰ ਜੀ ਇਸਲਾਮ ਧਰਮ ਦੀ ਸੁੰਨਤ ਪ੍ਰਥਾ ਤੇ ਵਿਅੰਗ ਕਰਦੇ ਹੋਏ ਕਹਿੰਦੇ ਹਨ ਕਿ ਜੇ ਸੱਚਾ ਮੁਸਲਮਾਨ ਸੁੰਨਤ ਕਰਕੇ ਹੁੰਦਾ ਹੈ ਤਾਂ ਔਰਤ ਦਾ ਕੀ ਕਰਾਂਗੇ। ਸੂਤਕ ਸੰਬੰਧੀ ਵਹਿਮ ਅਤੇ ਪ੍ਰਸੰਗ ਵਿੱਚ ਕਬੀਰ ਜੀ ਦਾ ਕਥਨ ਹੈ ਕਿ ਕੋਈ ਚੀਜ਼ ਪਵਿੱਤਰ ਜਾਂ ਅਪਵਿੱਤਰ ਨਹੀਂ ਹੁੰਦੀ, ਦੁਬਿਧਾ ਹੀ ਮਨ ਦੀ ਸਭ ਤੋਂ ਵੱਡੀ ਪਵਿੱਤਰਤਾ ਹੈ। ਕਬੀਰ ਨੇ ਗ੍ਰਹਿਸਥ ਮਾਰਗ ਨਹੀਂ, ਪਰਿਵਾਰਕ ਜੀਵਨ ਗੁਜ਼ਾਰਨ ਤੇ ਜ਼ੋਰ ਦਿੱਤਾ ਹੈ। ਇਸ ਤਰ੍ਹਾਂ ਉਹਨਾਂ ਨੇ ਸਧਾਰਨ ਮਨੋਭਾਵਾਂ ਦੇ ਵਿਨਾਸ਼ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਜੰਗਲਾਂ ਵਿੱਚ ਜਾਣ ਤੇ ਵਿਕਾਰਾਂ ਦੀ ਖਿੱਚ ਖਤਮ ਨਹੀਂ ਹੁੰਦੀ ਅਤੇ ਸਵੈ ਸੰਜਮ ਦੇ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਨੇ ਲੋਕ ਅਤੇ ਪ੍ਰਲੋਕ ਪ੍ਰਤੀ ਸਾਵੀਂ ਦ੍ਰਿਸ਼ਟੀ ਅਪਣਾਉਣ ਤੇ ਜ਼ੋਰ ਦਿੱਤਾ ਹੈ। ਇਸ ਸੰਬੰਧ ਵਿੱਚ ਅਰਬ ਦੇ ਇੱਕ ਵਿਚਾਰਵਾਦ ਦਾ ਕਥਨ ਹੈ ਕਿ ਲੋਕ ਅਤੇ ਪ੍ਰਲੋਕ ਇੱਕ ਪਤੀ ਦੀਆਂ ਦੋ ਪਤਨੀਆਂ ਵਾਂਗ ਹਨ। ਜੇ ਉਹ ਇੱਕ ਨੂੰ ਪ੍ਰੇਮ ਕਰਦਾ ਹੈ ਤਾਂ ਦੂਜੀ ਈਰਖਾ ਨਾਲ ਭਰ ਜਾਂਦੀ ਹੈ। ਭਗਤ ਕਬੀਰ ਜੀ ਅਨੁਸਾਰ ਪੂਰਨ ਪੁਰਖ ਉਹੀ ਹਨ ਜਿਨ੍ਹਾਂ ਨੇ ਜੰਗਲ ਅਤੇ ਘਰ ਨੂੰ ਇੱਕੋ ਜਿਹਾ ਜਾਣਿਆ ਹੈ, ਅਥਵਾ ਜੋ ਗ੍ਰਹਿਸਥ ਵਿੱਚ ਹੀ ਨਿਰਲੇਪ ਹਨ। ਭਗਤ ਕਬੀਰ ਜੀ ਨੇ ਕੰਤ ਅਤੇ ਨਾਰ ਅਥਵਾ ਪਤੀ ਪਤਨੀ ਵਾਲੀ ਜੀਵਨ ਸ਼ੈਲੀ ਨੂੰ ਰੱਬੀ ਪ੍ਰਾਪਤੀ ਲਈ ਸਹਾਇਕ ਸਾਧਨ ਮੰਨਿਆ ਹੈ, ਕਿਉਂਕਿ ਇਹ ਰਿਸ਼ਤਾ ਸਮਾਜ ਰਾਹੀਂ ਪ੍ਰਵਾਨਿਤ ਰਿਸ਼ਤਾ ਹੈ ਅਤੇ ਸੰਜਮ, ਸਮਰਪਣ, ਸੇਵਾ, ਸਾਹਿਤ, ਕੋਮਲਤਾ, ਲੱਜਾ, ਹਮਦਰਦੀ, ਪਵਿੱਤਰਤਾ, ਕੁਰਬਾਨੀ, ਨਿਸ਼ਕਾਮ ਪ੍ਰੇਮ, ਵਫਾਦਾਰ ਅਤੇ ਬਦੀ ਰਹਿਤ ਜੀਵਨ ਦੇ ਆਧਾਰਿਤ ਹੈ। ਇਹ ਜੀਵਨ ਜੁਗਤ ਵਿਆਹ ਤੋਂ ਬਾਹਰਲੇ ਸੰਬੰਧਾਂ
ਅਥਵਾ ਪ੍ਰੇਮੀ ਪ੍ਰੇਮਿਕਾ ਵਾਲੀ ਜੀਵਨ ਵਿਧੀ ਵਾਲੀ ਨਹੀਂ, ਜਿਸ ਵਿੱਚ ਚੰਚਲਤਾ, ਮਨੋਵੇਗਾਂ ਦੀ ਅਨੁਸਾਰਤਾ, ਤਾਨਿਆਂ ਮਿਹਣਿਆਂ ਵਾਲਾ ਲੋਬਾਲੀਪਨ ਅਤੇ ਸੰਜਮ ਰਹਿਤ ਵਤੀਰੇ ਦਾ ਦਾਖਲ ਹੁੰਦਾ ਹੈ। ਸੰਸਾਰਕ ਜੀਵਨ ਗੁਜ਼ਾਰਨ ਲਈ ਉਹਨਾਂ ਨੇ ਧਰਮ ਦੀ ਕਿਰਤ ਕਰਨ ਤੇ ਜ਼ੋਰ ਦਿੱਤਾ ਹੈ। ਹੱਥ ਕਾਰ ਵੱਲ ਅਤੇ ਦਿਲ ਜਾਰ ਵੱਲ ਵਾਲੀ ਜੀਵਨ ਰੀਤ ਅਪਣਾਉਣ ਦੀ ਪ੍ਰੇਰਨਾ ਕੀਤੀ ਹੈ। ਭਗਤ ਕਬੀਰ ਜੀ ਨੇ ਨਿਸੰਕ ਹੋ ਕੇ ਰੱਬ ਕੋਲੋਂ ਜੀਵਨ ਦੀ ਸੁੱਖ ਸੁਵਿਧਾ ਦੀ ਮੰਗ ਕੀਤੀ ਹੈ, ਕਿਉਂਕਿ ਇਹਨਾਂ ਤੋਂ ਬਿਨਾਂ ਵਿਅਕਤੀ ਭਟਕਦਾ ਹੈ ਅਤੇ ਪ੍ਰਭੂ ਭਗਤੀ ਵਿੱਚ ਜੁੜ ਨਹੀਂ ਸਕਦਾ। ਕਬੀਰ ਜੀ ਨੇ ਜੀਵਨ ਸੰਗਰਾਮ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਮੇਂ ਦੀ ਕਦਰ ਕਰਨ ਉੱਪਰ ਜ਼ੋਰ ਦਿੱਤਾ ਹੈ। ਉਹ ਗਤੀਸ਼ੀਲ ਅਤੇ ਕਰਮਸ਼ੀਲ ਜੀਵਨ ਜਾਂਚ ਦੀ ਪ੍ਰੇਰਨਾ ਕਰਦੇ ਹਨ, ਜਿਸ ਵਿੱਚ ਉਹਨਾਂ ਨੇ ਕੰਮ ਨੂੰ ਅੱਗੇ ਪਾਉਣ ਦੀ ਰੁਚੀ ਦਾ ਵਿਰੋਧ ਕੀਤਾ ਹੈ। ਕਬੀਰ ਜੀ ਨੇ ਵਿਅਕਤੀ ਨੂੰ ਲੋਕ ਲਾਜ ਅਥਵਾ ਲੋਕ ਕੀ ਕਹਿਣਗੇ ਦੀ ਭਾਵਨਾ ਤੋਂ ਆਜ਼ਾਦ ਹੋਣ ਲਈ ਆਖਿਆ ਹੈ, ਤਾਂ ਕਿ ਉਹ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਕਾਰਜ ਦੀ ਸੁਤੰਤਰਤਾ ਪ੍ਰਾਪਤ ਕਰ ਸਕਣ। ਉਹ ਆਖਦੇ ਹਨ ਕਿ ਲੋਕ ਕਰਮਕਾਂਡ ਹੀ ਹੁੰਦੇ ਹਨ, ਜੋ ਹੋਰ ਲੋਕਾਂ ਦੀ ਤਸੱਲੀ ਲਈ ਧਾਰਮਿਕ ਕਰਮਕਾਂਡ ਕਰਦੇ ਹਨ, ਪਰ ਨਾਮ ਵਿੱਚ ਜੁੜੇ ਵਿਅਕਤੀ ਲਈ ਜ਼ਰੂਰੀ ਨਹੀਂ ਕਿ ਉਹ ਲੋਕਾਂ ਦੀ ਤਸੱਲੀ ਕਰਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਿਲਦੇ ਹਾਂ ਦੋਸਤੋ ਅਗਲੇ ਭਾਗ ਵਿੱਚ। ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਧੰਨਵਾਦ।